एस जयशंकर कला ही नहीं भी इंडियन स्टेट ਨੂੰ रिप्रजेंट करता है, जी स्टेट एक रोग स्टेट है और जिन्हें ट्रांसनैशनल रिप्रैशन किया, बट एम्बैसियां इन्हां दे थल्ले ने फॉरन मिनिस्टर दे हुंदे आ। जे ट्रांसनैशनल रिप्रैशन किलिंग्स होईयां ने ते एस जयशंकर वॉर क्रिमिनल है। सारा कुछ ਜਿਹੜਾ ਜੇ ਕੋਈ 3-4 ਬੰਦੇ ਜਿਨ੍ਹਾਂ ਦੇ ਥੱਲੇ ਸਾਰਾ ਹੋਇਆ ਉਹਦੇ ਚ ਐਸ ਜयशंकर है, अजीत डोवाल है, अमित शाह है, मोदी है और ਜ਼ਾਹਰ है ਰਾਹ ਦਾ ਚੀਫ ਹੈ, ਔਰ ਇਹ ਸਾਰੇ ਵਾਰ ਕ੍ਰਿਮੀਨਲ ਨੇ। ਸੋ ਵਾਰ ਕ੍ਰਿਮੀਨਲਸ ਦੇ ਲਈ ਤਾਂ ਮੈਸੇਜ ਸਾਡਾ ਬੜਾ ਕਲੀਅਰ ਹੈ। ਉਹ ਸਾਡਾ ਕਿਸੇ ਧਰਮ ਦੇ ਨਾਲ ਜਾਂ ਕੋਈ ਹਿੰਦੂਆਂ ਦੇ ਨਾਲ ਕੋਈ ਵੈਰ ਨਹੀਂ ਹੈ ਵੀ ਅਸੀਂ ਕੋਈ ਉਹਨਾਂ ਦੇ ਹਾਂ, ਲੇਕਿਨ ਜਿਹੜੇ ਵਾਰ ਕ੍ਰਿਮੀਨਲ ਨੇ ਇਹਨਾਂ ਨੂੰ ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਹੁਣ ਜਦੋਂ ਕੋਈ ਕਹਿਣ ਨੂੰ ਪਰਪਸਫੁਲ ਨਹੀਂ ਹੁੰਦਾ ਤੇ ਤੁਸੀਂ ਜਿਵੇਂ ਅਬੜੀਆਂ ਟਬੜੀਆਂ ਮਾਰਦੇ ਹੋ। ਜੇ ਤੁਸੀਂ ਇਹਦੀ ਸਟੇਟਮੈਂਟ ਦੇਖੋ ਇਹਦੀ ਐਸ ਜयशंकर ਦੀ ਕਿ ਵੀ ਦੁਨੀਆ ਨੂੰ ਦਹਿਸ਼ਤਗਰਦੀ ਦੇ ਖਿਲਾਫ ਜ਼ੀਰੋ ਟੋਲਰੈਂਸ ਦਿਖਾਣੀ ਚਾਹੀਦੀ ਹੈ। ਮਿਸਟਰ ਐਸ ਜयशंकर ਜੇ ਜ਼ੀਰੋ ਟੋਲਰੈਂਸ ਦੇ ਆਏ ਨਾ, ਸਭ ਤੋਂ ਪਹਿਲਾਂ ਜਿਹੜਾ ਨਿਊਜ਼ ਹੈ, ਜਿਹੜਾ ਫਾਂਸੀ ਦਾ ਰੱਸਾ ਹੈ ਤੁਹਾਡੇ ਗਲ ਦੇ ਦੁਆਲੇ ਪਏਗਾ, ਕਿਉਂਕਿ ਤੁਸੀਂ ਸਭ ਤੋਂ ਵੱਡੇ ਟੈਰਰਿਸਟ ਹੋ। ਤੁਹਾਡੀ ਜਮਾਤ RSS, ਤੁਸੀਂ ਜਿਹੜੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, 35 ਸਿੱਖਾਂ ਦਾ ਵੀ ਅਸੀਂ ਹਿਸਾਬ ਲੈਣਾ ਤੁਹਾਡੇ ਤੋਂ, ਜਿਹੜਾ ਤੁਸੀਂ ਫਾਲਸ ਫਲੈਗ ਆਪਰੇਸ਼ਨ ਚਿੱਠੀ ਸਿੰਘਪੁਰਾ ਦੇ ਵਿੱਚ ਕੀਤਾ ਸੀ। ਪਰ ਉਹ ਕਹਿ ਰਿਹਾ ਦੇਖੋ ਇਹ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ, ਔਰ ਜਿਹੜੇ ਦਹਿਸ਼ਤਗਰਦੀ ਦੇ ਪੀੜਤ ਲੋਕ ਨੇ ਤੇ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੂੰ ਇੱਕੋ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਹੁਣ ਕੌਣ ਇੱਕੋ ਨਜ਼ਰੀਏ ਤੋਂ ਦੇਖਦਾ? ਵਿਕਟਮ ਤਾਂ ਵਿਕਟਮ ਨੇ, ਵਿਕਟਮ ਤੁਹਾਡੇ ਸਟੇਟ ਟੈਰਰਿਜ਼ਮ ਦੇ। ਇਹਨੇ ਕਿਹਾ ਕਿ ਵੀ ਨੋ ਇੰਪਿਊਨਿਟੀ ਟੂ ਟੈਰਰਿਸਟ, ਨੋਟ ਯੀਲਡਿੰਗ ਟੂ ਨਿਊਕਲੀਅਰ ਬਲੈਕਮੇਲ। ਔਰ ਇਹ ਸਾਰਾ ਮਾਹੌਲ ਹਾਲਾਂ ਚੈਲੰਜ ਹੋਇਆ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ, ਔਰ ਕੱਢਣ ਪਾਉਣ ਨੂੰ ਤਾਂ ਕੁਝ ਹੈ ਨਹੀਂ ਸੀ। ਲੇਕਿਨ ਇਹ ਜਿਹੜਾ ਅਲਟਰਨੇਟ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਅਸੀਂ ਸਾਡੇ ਕੋਲ ਰਾਈਟ ਟੂ ਡਿਫੈਂਡ ਹੈ, ਇਸ ਚੋਂ ਪਾਕਿਸਤਾਨ ਦੇ ਵਿੱਚ ਵੀ ਇਹ ਚਰਚਾ ਹੈ ਕਿ ਭਾਰਤ ਕੋਈ ਨਾ ਕੋਈ ਇਸ ਕਿਸਮ ਦਾ ਫਾਲਸ ਫਲੈਗ ਕਰਕੇ ਦੁਬਾਰਾ ਵੀ ਹਮਲਾ ਕਰਨ ਦੀ ਦਿਲਵਦੀ ਕਰ ਸਕਦਾ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अज भारत का विदेश मंत्री एस जयशंकर जदों वाशिंगटन DC विच क्वाड सम्मेलन विच शिरकत कर रहा सी तां स्टेट डिपार्टमेंट के बाहर खालसा जिंदाबाद के नारे जोर शोर नाल गूंज रहे सन। वैसे तो क्वाड अपनी मौतें मार चुका है, पर इस मीटिंग विच एस जयशंकर ने दहशतगर्दी के नां थल्ले पाकिस्तान के खिलाफ माहौल सिरजण लई ਜ਼ਹਿਰੀਲੀ ਬਿਆਨਬਾਜ਼ੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਆਮ ਤੌਰ 'ਤੇ ਜਦੋਂ ਵੀ ਕਿਸੇ ਡਿਗਨਿਟਰੀ ਦੀ, ਖਾਸ ਤੌਰ 'ਤੇ ਭਾਰਤ ਦੇ ਕਿਸੇ ਮਿਨਿਸਟਰ, ਪ੍ਰਾਈਮ ਮਿਨਿਸਟਰ ਦੀ ਕੋਈ ਵਿਜ਼ਿਟ ਹੁੰਦੀ ਹੈ, ਜਾਂ ਜਿਵੇਂ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਦੇਖਿਆ, ਜਿਨ੍ਹਾਂ ਸ਼ਹਿਰਾਂ ਦੇ ਵਿੱਚ ਹੋਣ ਦਾ ਹੁੰਦਾ ਹੈ, ਉੱਥੇ ਕੋਈ ਨਾ ਕੋਈ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਵਾਇਲੈਂਸ ਦੀ ਕਾਰਵਾਈ ਕਰਵਾਉਂਦੀਆਂ ਨੇ, ਔਰ ਇਹ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਨੂੰ ਬਿਨਾਂ ਦੇਖੇ ਫਿਰ ਇੰਡੀਅਨ ਮੀਡੀਆ ਜਿਹੜਾ ਬੈਠਾ ਹੈ, ਇਹਨਾਂ ਦਾ ਹੀ ਰਾਹ ਦੀਆਂ ਆਊਟਫਿਟਸ ਨੇ ਸਾਰੀਆਂ, ANI ਔਰ ਇਹ ਸਾਰੇ ਨੈਟਵਰਕ, ਉਹ ਇਹਨੂੰ ਖਾਲਿਸਤਾਨੀ ਦਹਿਸ਼ਤਗਰਦੀ ਔਰ ਉਹਦੇ ਨਾਲ ਜੋੜਦੇ ਨੇ। ਹਾਲਾਂ ਮੈਂ ਦੇਖ ਰਿਹਾ ਸੀ ਕਿ ਵੀ ਕੁਆਡ ਮੀਟ ਦੇ ਲਈ ਇਹਨੇ ਐਸ ਜयशंकर ਨੇ ਆਉਣਾ ਹੈ, ਅਤੇ ਮੈਂ ਕਿਹਾ ਵੀ ਆਲਰੇਡੀ ਖਾਲਿਸਤਾਨ ਰੈਫਰੈਂਡਮ 17 ਅਗਸਤ ਨੂੰ ਵਾਸ਼ਿੰਗਟਨ DC 'ਚ ਉਸ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ, ਔਰ ਆਲਰੇਡੀ ਕੈਨੇਡਾ ਦੇ G7 ਦੇ ਵਿੱਚ ਮੋਦੀ ਨੂੰ ਸੱਦਣਾ ਔਰ ਭਾਰਤ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਕੈਨੇਡਾ ਦੇ ਇਸਟੈਬਲਿਸ਼ ਹੋਣੇ, ਇਹਦਾ ਭਾਰਤੀ ਜਿਹੜੇ ਨੇ ਏਜੰਸੀਆਂ ਉਹਨਾਂ ਦੇ ਹੌਸਲੇ ਵਧੇ ਹੋਏ ਨੇ। ਹਾਲਾਂ ਜਿਹੜੀ ਜੁੱਤੀਆਂ ਇਹਨਾਂ ਨੂੰ 7 ਤੋਂ 10 ਮਈ ਤੱਕ ਪਾਕਿਸਤਾਨ ਹੱਥੋਂ ਪਈਆਂ, ਉਸ ਦੀ ਦਰਦ ਅਜੇ ਉਹਦੇ ਇੱਟ ਦਾ ਸੇਕ ਦੇ ਰਹੇ ਨੇ, ਕੋਈ ਬੋਟਲ ਦਾ ਸੇਕ ਦੇ ਰਿਹਾ, ਕੋਈ ਕੀ ਕਰ ਰਿਹਾ, ਔਰ ਇਹ ਵੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗ ਰਿਹਾ, ਕਦੇ ਉਸ ਦੇ ਲਈ ਇੱਕ ਨੈਰੇਟਿਵ ਹੁੰਦਾ ਹੈ, ਕਦੇ ਦੂਸਰਾ ਨੈਰੇਟਿਵ ਹੁੰਦਾ ਹੈ। ਕਿੰਨੀ ਲੰਬੀ ਚੌੜੀ ਜਿਹੜੀ ਹੈ 59 ਬੰਦਿਆਂ ਦੀ ਟੀਮ, ਜਿਨ੍ਹਾਂ 'ਚ ਬਹੁਤੇ MP ਸੀ, ਸ਼ਸ਼ੀ ਥਰੂਰ ਦੀ ਕਮਾਂਡ ਥੱਲੇ, ਔਰ ਦੁਨੀਆ ਦੀਆਂ 39 ਕੈਪੀਟਲਸ ਦੇ ਵਿੱਚ ਭੇਜੀਆਂ, ਪਰ ਇਹਨਾਂ ਦਾ ਨੈਰੇਟਿਵ ਵਿਕਿਆ ਨਹੀਂ ਹੈ। ਇਸ ਦੇ ਉਲਟ ਪਾਕਿਸਤਾਨ ਦੇ ਫੌਜੀ ਚੀਫ ਨੂੰ, ਫੀਲਡ ਮਾਰਸ਼ਲ ਨੂੰ ਸੱਦ ਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਪੈਸ਼ਲ ਡਿਨਰ ਦਿੱਤਾ, ਉਹਦੀ ਤਾਰੀਫ ਕੀਤੀ, ਔਰ ਮੇਰੇ ਖਿਆਲ ਹੁਣ
18 ਵਾਰ ਜਿਹੜਾ ਹੈ ਉਹ ਟਰੰਪ 18 ਹੋ ਗਿਆ ਹੁਣ ਇਹਦੇ 'ਚੋਂ ਕਹਿ ਚੁੱਕਿਆ ਵੀ ਮੈਂ ਡੀਲ ਕਰਾਈ ਭਾਰਤ ਪਾਕਿਸਤਾਨ ਦੀ, ਉਹਨਾਂ ਨੂੰ ਕਹਿ ਕੇ ਵੀ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਜਿਹੜਾ ਬਾਰ-ਬਾਰ ਭਾਰਤ ਦੇ ਮੂੰਹ ਤੇ ਚਪੇੜ ਵੱਜਦੀ। ਪਰ ਇਸ ਵਾਰ ਮੈਂ ਇਹ ਦੇਖਿਆ ਕਿ ਵੀ ਇਹਨਾਂ ਨੂੰ ਸ਼ਾਇਦ ਇਹ ਭੁੱਲ ਗਏ ਹੋਣੇ ਨੇ ਇੱਦਾਂ ਦੀ ਕੋਈ ਵਾਇਲੈਂਸ ਕਰਨੀ, ਪਰ ਜਿਹੜੇ ਦੂਸਰੇ ਪਾਸੇ ਨੇ ਉਹ ਕੌਣ ਬਿਹਾਈਂਡ ਹੈ, ਹਾਲਾਂਕਿ ਕੰਡੈਮਨੇਬਲ ਹੁੰਦਾ ਕਿਸੇ ਵੀ ਧਾਰਮਿਕ ਥਾਂ ਹੋਏ ਜਾਂ ਕੋਈ ਵੀ ਹੇਟ ਕ੍ਰਾਈਮ, ਉਹ ਅਸੀਂ ਕਿਸੇ ਦੇ ਖਿਲਾਫ ਵੀ। ਲੇਕਿਨ ਖਬਰ ਜਿਹੜੀ ਹੈ BBC ਨੇ ਹੀ ਲਗਾਈ ਕਿ ਅਮਰੀਕਾ ਦੇ ਇਸਕਾਨ ਮੰਦਰ ਤੇ ਗੋਲਾਬਾਰੀ ਜਿਹੜੀ ਹੈ ਉਹ ਹੋਈ ਹੈ ਬੀਤੀ ਰਾਤ, ਔਰ ਇਹ ਜਿਹੜੀ ਹੈ ਯੂਟਾ ਸਟੇਟ ਦਾ ਸਪੈਨਿਸ਼ ਫੋਰਕ ਸ਼ਹਿਰ ਹੈ, ਉਸ 'ਚ ਇਸਕਾਨ ਮੰਦਰ ਹੈ। ਔਰ ਇਹ ਜਦੋਂ ਖਾਲਿਸਤਾਨ ਰੈਫਰੈਂਡਮ ਜਾਂ ਦੂਸਰੇ 90% ਜਿਹੜੇ ਅਟੈਕ ਹੈ ਜੀ ਮੰਦਰਾਂ ਤੇ ਖਾਲਿਸਤਾਨ ਲਿਖਤਾ, ਵੈਂਡਲਾਈਜ਼ ਕਰਤਾ, ਦੂਜਾ ਕਰਤਾ, ਉਹ ਇਸਕਾਨ ਮੰਦਰ ਹੀ ਹੁੰਦੇ ਨੇ। ਹੁਣ ਇਸ ਵਾਰ ਅਜੇ ਇੰਡੀਅਨ ਮੀਡੀਆ ਨੇ ਇਹ ਤਾਂ ਨਹੀਂ ਕਿਹਾ ਕਿ ਜੀ ਉਹ ਜਾ ਕੇ ਖਾਲਿਸਤਾਨੀਆਂ ਨੇ ਯੂਟਾ ਦੇ ਵਿੱਚ ਗੋਲੀ ਚਲਾਤੀ ਇਸਕਾਨ ਮੰਦਰ ਤੇ। ਹੁਣ ਇਹਨਾਂ ਦੀ ਆਪਣੀ ਖਬਰ ਹੈ ਵੀ 25 ਤੋਂ 30 ਗੋਲੀਆਂ ਚੱਲੀਆਂ, ਇਮਾਰਤ ਦੇ ਵਿੱਚ ਵੀ ਵੱਜੀਆਂ, ਜਿਹਦੇ 'ਚ ਇਮਾਰਤ ਦਾ ਨੁਕਸਾਨ ਹੋਇਆ। ਔਰ ਇਹ ਇਸ ਦੇ ਉੱਤੇ ਜਿਹੜਾ ਸੈਨ ਫਰਾਂਸਿਸਕੋ ਬੇਸਡ ਇਹਨਾਂ ਦਾ ਕੌਂਸੂਲੇਟ ਹੈ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੀ ਅਸੀਂ ਸਾਰੇ ਭਗਤਾਂ ਤੇ ਇਸਕਾਨ ਨੂੰ ਮੰਨਣ ਵਾਲਿਆਂ ਦੇ ਨਾਲ ਖੜੇ, ਔਰ ਅਸੀਂ ਇਹ ਮੰਗ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਤੋਂ ਕਿ ਜਿਹੜੇ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਸਖਤ ਕਦਮ ਚੁੱਕੇ ਜਾਣ। ਜਿਵੇਂ ਇਹਨਾਂ ਦੇ ਕਹਿਣ ਤੇ ਉਹਨਾਂ ਨੇ ਕਦਮ ਚੁੱਕਣੇ ਹੁੰਦੇ ਨੇ, ਹਾਲਾਂ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਔਰ ਦੂਸਰੀਆਂ ਉਹ ਹਮੇਸ਼ਾ ਹੀ ਕਿਸੇ ਦੇ ਖਿਲਾਫ ਵੀ ਕੋਈ ਹੋਏ ਉਹ ਹਮੇਸ਼ਾ ਇਨਵੈਸਟੀਗੇਟ ਕਰਦੀਆਂ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਦੇਖੋ ਸਾਡਾ ਇਹ ਯੂਟਾ ਦਾ ਸਪੈਨਿਸ਼ ਫੋਕ ਦੇ ਵਿੱਚ ਇਸਕਾਨ ਮੰਦਰ, ਰਾਧਾ ਕ੍ਰਿਸ਼ਨ ਮੰਦਰ, ਜਿਹੜਾ ਹੋਲੀ ਦੇ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ, ਉੱਥੇ ਹੋਲੀ ਖੇਡਦੇ ਹੋਣੇ ਨੇ, ਇੱਕ ਦੂਜੇ ਦੇ ਸਿਰ ਸਵਾਹ ਪਾਉਂਦੇ ਹੋਣੇ ਨੇ, ਔਰ ਉਹਨੂੰ ਹੇਟ ਕ੍ਰਾਈਮ ਦਾ ਸਾਹਮਣਾ ਕਰਨਾ ਪਿਆ। ਸੋ ਇਹ ਘੱਟੋ ਘੱਟ ਇਹਨੂੰ ਇਹਨਾਂ ਨੇ ਹੇਟ ਕ੍ਰਾਈਮ ਕਿਹਾ, ਇਹ ਖਾਲਿਸਤਾਨੀਆਂ ਦੇ ਖਾਤੇ 'ਚ ਨਹੀਂ ਪਾਇਆ। ਕਿਹਾ ਜੀ 20 ਤੋਂ 30 ਗੋਲੀਆਂ ਚੱਲੀਆਂ ਰਾਤ ਵੇਲੇ ਇਹ ਹੋਇਆ, ਔਰ ਅੰਦਰ ਭਗਤ ਤੇ ਮਹਿਮਾਨ ਮੌਜੂਦ ਸੀ, ਤੇ ਇਮਾਰਤ ਦੀ ਮੰਦਰ ਨੂੰ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋਇਆ। ਇਹ ਸੈਨ ਫਰਾਂਸਿਸਕੋ ਬੇਸਡ ਇੰਡੀਅਨ ਕੌਂਸੂਲੇਟ ਦੀ ਸਟੇਟਮੈਂਟ ਹੈ। ਹੁਣ ਅਸੀਂ ਗੱਲ ਕਰੀਏ ਪਹਿਲਾਂ ਤਾਂ ਕੁਆਡ ਦੀ। ਕੁਆਡ ਇਨਫੈਕਟ ਜਦੋਂ ਅਸੀਂ 1 ਡਬਲ ਟ੍ਰਿਪਲ ਕੁਆਡਰੂਪਲੈਟ ਕਹਿੰਦੇ ਆ, ਜਿਹੜੇ 4 ਬੱਚੇ ਹੁੰਦੇ ਸੀ ਕਹਿੰਦੇ ਕੁਆਡਰੂਪਲੈਟ, ਤੇ ਕੁਆਡ ਲਫ਼ਜ਼ ਅੰਗਰੇਜ਼ੀ ਦਾ ਜਿਹਦਾ ਮਤਲਬ ਹੈ 4 ਦੀ ਗਿਣਤੀ। ਸੋ ਇਹ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਇਹਨਾਂ ਨੇ 4 ਮੁਲਕਾਂ ਦਾ ਇੱਕ ਸੰਗਠਨ ਬਣਾਇਆ, ਜਿਸ ਜ਼ਾਹਰ ਹੈ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ, ਔਰ ਮਕਸਦ ਚੀਨ ਨੂੰ ਘੇਰਨਾ। ਔਰ ਜਦੋਂ ਹੀ ਇਹਨਾਂ ਨੇ ਕੁਆਡ ਬਣਾਇਆ ਸੀ ਉਦੋਂ ਪੁਤਿਨ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ। ਜਿਵੇਂ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜਾ ਹੈ ਉਹ ਜਦੋਂ ਸੋਵੀਅਤ ਯੂਨੀਅਨ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ 2 ਬਲਾਕ ਬਣੇ, ਤਾਂ ਸੋਵੀਅਤ ਯੂਨੀਅਨ ਇੱਕ ਬਲਾਕ ਸੀ ਵੱਡਾ, ਅਮਰੀਕਾ ਦੂਜੇ ਪਾਸੇ ਸੀ। ਸੋ ਸੋਵੀਅਤ ਯੂਨੀਅਨ ਨੇ ਆਲਰੇਡੀ ਅੱਧਾ ਯੂਰਪ ਤਾਂ ਸੋਵੀਅਤ ਯੂਨੀਅਨ ਨੇ ਕਬਜ਼ਾ ਕਰ ਲਿਆ ਸੀ, ਅੱਧਾ ਜਿਹੜਾ ਵੈਸਟਰਨ ਯੂਰਪ ਅਮਰੀਕਾ ਦੇ ਸਫੀਅਰ ਆਫ ਇਨਫਲੂਐਂਸ ਸੀ। ਈਸਟਰਨ ਯੂਰਪ ਦੇ ਵਿੱਚ ਪੋਲੈਂਡ ਸੀ, ਚੈਕੋਸਲੋਵਾਕੀਆ ਸੀ, ਹੰਗਰੀ ਸੀ, ਰੋਮਾਨੀਆ ਸੀ, ਈਸਟ ਜਰਮਨ ਸੀ, ਈਸਟ ਔਰ ਵੈਸਟ ਜਰਮਨ ਦੇ ਵਿਚਾਲੇ ਵਾਲ ਸੀ ਵੱਡੀ, ਜਿਹਨੂੰ ਜਿਹੜਾ ਰੂਜ਼ਾਵੈਲਟ ਜਾਂ ਚਰਚਲ ਨੇ ਆਇਰਨ ਵਾਲ ਕਿਹਾ ਸੀ, ਆਇਰਨ ਕਰਟਨ। ਸੋ ਇਹ ਤਾਂ ਜਦੋਂ ਸੋਵੀਅਤ ਯੂਨੀਅਨ ਟੁੱਟਾ ਫਿਰ ਇਹ ਯੂਰਪ, ਈਸਟਰਨ ਯੂਰਪ ਉਹਨਾਂ ਦੇ ਪ੍ਰਭਾਵ 'ਚੋਂ ਨਿਕਲਿਆ ਔਰ ਵਾਪਸ ਆਏ। ਸੋ ਉਹੀ ਝਗੜਾ ਯੂਕਰੇਨ ਦਾ ਇਸੇ ਲਈ ਖੜਾ ਹੋਇਆ ਵੀ ਉਸੇ ਹੀ ਨੈਟੋ ਨੂੰ ਇਹਨਾਂ ਨੇ ਐਕਸਪੈਂਡ ਕਰਨਾ ਸ਼ੁਰੂ ਕਰਤਾ। ਯੂਕਰੇਨ ਨੂੰ ਵੀ ਕਿਹਾ ਤੈਨੂੰ ਮੈਂਬਰ ਬਣਾਵਾਂਗੇ, ਬਾਲਟਿਕ ਸਟੇਟਾਂ ਨੂੰ ਵੀ ਬਣਾ ਲਿਆ, ਲਿਥੁਆਨੀਆ, ਲਾਤਵੀਆ, ਐਸਟੋਨੀਆ ਨੂੰ, ਤੇ ਰਸ਼ੀਆ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਬਾਰਡਰ ਸਾਡੇ ਬਾਰਡਰ ਦੇ ਉੱਤੇ ਹੀ ਲੈ ਆਏ ਨੇ, ਔਰ ਇਹਦਾ ਹੀ ਨਤੀਜਾ। ਸੋ ਜਦੋਂ ਪੁਤਿਨ ਨੇ ਕੁਆਡ ਨੂੰ ਏਸ਼ੀਆ ਦਾ ਨੈਟੋ ਕਿਹਾ, ਸੋ ਜ਼ਾਹਰ ਸੀ ਕਿ ਵੀ ਰਸ਼ੀਆ ਨੇ ਵੀ ਆਪਣਾ ਡਿਸਪਲੇਸ਼ਰ ਦਿਖਾਇਆ ਵੀ ਚਲੋ ਆਸਟ੍ਰੇਲੀਆ ਜਾਂ ਜਾਪਾਨ ਉਹ ਤਾਂ ਅਮਰੀਕਨ ਇਨਫਲੂਐਂਸ ਹੀ ਹੈ, ਆਸਟ੍ਰੇਲੀਆ ਦੇ ਵਿੱਚ ਵੀ ਬ੍ਰਿਟਿਸ਼ ਡਾਲਰ ਹੀ ਚੱਲਦੇ ਨੇ, ਉਹਨਾਂ ਦੀ ਆਪਣਾ ਜਿਹੜਾ ਡੋਮੀਨੈਂਸ ਹੈ, ਤੇ ਜਾਪਾਨ 'ਚ ਆਲਰੇਡੀ ਅਮਰੀਕਾ ਦਾ 50,000 ਜਿਹੜਾ ਸੋਲਜਰ ਹੈ ਉਹ ਤਾਂ ਬੈਠਾ ਹੋਇਆ, ਉਹਨਾਂ ਦੀਆਂ ਤਨਖਾਹਾਂ ਵੀ ਉਹੀ ਪੇ ਕਰਦੇ ਨੇ ਉਹਨਾਂ ਨੂੰ, ਉੱਥੋਂ ਦਾ ਨਿਕਲ ਨਹੀਂ। ਲੇਕਿਨ ਇੰਡੀਆ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਨਿਊਟਰਲ ਜ਼ੋਨ ਦੇ ਵਿੱਚ ਨਾਨ ਅਲਾਈਨ ਮੂਵਮੈਂਟ ਦਾ ਹਿੱਸਾ ਸੀ। ਸੋ ਇਹ ਵੱਡੀ ਸ਼ਿਫਟ ਸੀ ਉਸ ਪੀਰੀਅਡ ਦੇ ਵਿੱਚ। ਔਰ ਜਿਹੜੀ ਟਰਮ ਹੈ ਪ੍ਰੈਜ਼ੀਡੈਂਟ ਟਰੰਪ ਦੀ,
ਉਹ ਉਸ ਪੀਰੀਅਡ 'ਚ ਹੀ ਹੈ ਜਿਸ ਤੋਂ ਬਾਅਦ ਕੋਵਿਡ-19 ਆ ਜਾਂਦਾ ਹੈ ਔਰ ਉਸ ਦੌਰ ਦੇ ਵਿੱਚ ਹੀ ਜਿਹੜਾ ਫਿਰ ਚਾਈਨਾ ਇੰਡੀਆ ਨੂੰ ਸਬਕ ਵੀ ਸਿਖਾਉਂਦਾ ਹੈ ਕਿਉਂਕਿ ਕੁਆਡ ਦਾ ਮਤਲਬ ਹੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਇੰਡੋ ਪੈਸੀਫਿਕ, ਹੁਣ ਅਮਰੀਕਾ ਜਿਹੜਾ ਹੈ ਇਹਨੂੰ ਤਾਂ ਮਹਿਫੂਜ਼ ਕੀਤਾ ਹੋਇਆ ਦੋ ਸਮੁੰਦਰਾਂ ਨੇ, ਇੱਕ ਪਾਸੇ ਅਟਲਾਂਟਿਕ ਹੈ ਇੱਕ ਪਾਸੇ ਪੈਸੀਫਿਕ ਹੈ। ਹੁਣ ਚਾਈਨਾ ਨੂੰ ਜਿਹੜਾ ਸਮੁੰਦਰ ਦੇ ਵਿੱਚ ਆਪਣੇ ਆਈਲੈਂਡ ਵੀ ਬਣਾਏ ਨੇ ਆਰਟੀਫਿਸ਼ੀਅਲ, ਕਿੰਨੇ ਨੈਚੁਰਲ ਰਿਸੋਰਸ ਵੀ ਆਇਲ ਦੂਜੇ ਤੀਜੇ ਦਾ ਹਿੱਸਾ ਹੈ ਔਰ ਚਾਈਨਾ ਆਪਣੀ ਉਹਦਾ ਇੱਕ ਸਫੀਅਰ ਆਫ ਡੋਮੀਨੈਂਸ ਹੈ। ਸੋ ਇੰਡੀਆ ਜਿਹੜਾ ਕਿ ਅੰਡੇਮਾਨ ਨਿਕੋਬਾਰ 'ਚ ਬੈਠਾ ਹੈ ਜਿਹਦੇ ਰਾਹੀਂ ਜਿਹੜੇ ਆਈਲੈਂਡ ਨੇ ਇੰਡੀਆ ਕੋਲ ਉੱਥੋਂ ਚੋਕ ਕੀਤਾ ਜਾ ਸਕਦਾ ਹੈ ਚਾਈਨਾ ਦੀ ਆਲਮੋਸਟ 60% ਤੋਂ ਜ਼ਿਆਦਾ ਜਿਹੜੀ ਸਪਲਾਈ ਹੈ ਵਾਇਆ ਸੀ। ਸੋ ਚਾਈਨਾ ਨੇ ਵੀ ਇਹਨੂੰ ਪੂਰੇ ਡੇਂਜਰ ਦੇ ਤੌਰ ਤੇ ਲਿਆ। ਆਸਟ੍ਰੇਲੀਆ, ਜਾਪਾਨ ਜਿਵੇਂ ਮੈਂ ਕਿਹਾ ਜਾਂ ਅਮਰੀਕਾ ਉਹਨਾਂ ਨੂੰ ਵੀ ਇਹ ਤਕਲੀਫ ਸੀ ਕਿ ਵੀ ਇਹ ਕਿੱਥੇ ਆ ਕੇ ਉਹਨਾਂ ਦੇ ਹੱਥ ਰੋਕੇ ਬਣਨ ਲਈ ਤਿਆਰ ਹੋ ਗਏ। ਲੇਕਿਨ ਬਹੁਤ ਜਲਦੀ ਅਮਰੀਕਾ ਨੂੰ ਇਹ ਰਿਅਲਾਈਜ਼ ਹੋ ਗਿਆ ਸੀ ਜਦੋਂ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ। ਟਰੰਪ ਨੇ ਤਾਂ ਬਣਾਇਆ ਕਿ ਵੀ ਇਹ ਭਾਰਤ ਕਾਸੇ ਜੋਗਾ ਨਹੀਂ ਹੈ, ਨਾ ਇਹ ਮਿਲੀਟੈਰਲੀ। ਉਹਦੇ 'ਚ ਅਸੀਂ 2020 ਗਲਵਾਨ ਵੈਲੀ ਦੇ ਵਿੱਚ ਇਹਨਾਂ ਦੀਆਂ ਜੁੱਤੀਆਂ ਦੇਖੀਆਂ ਔਰ ਹੁਣ ਰਹਿੰਦੀ ਕਸਰ ਨਾ ਚਾਰਜ। ਔਰ ਉਸ ਤੋਂ ਕੁਛ ਅਰਸਾ ਬਾਅਦ ਹੀ ਈਵਨ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਇੱਕ ਹੋਰ ਜਿਹੜਾ ਆਰਗੇਨਾਈਜੇਸ਼ਨ ਉਹਨੂੰ ਆਕਸ ਕਿਹਾ। ਆਕਸ ਸੀ ਕਿ ਆਸਟ੍ਰੇਲੀਆ, ਯੂਕੇ ਔਰ ਯੂਐਸ। ਸੋ ਮਤਲਬ ਆਲਰੇਡੀ ਫੌਜੀ ਲੈਵਲ ਤੋਂ ਇਹਦੀ ਜਿਹੜੀ ਯੂਸਫੁਲਨੈਸ ਕੋਈ ਚਾਈਨਾ ਨੂੰ ਘੇਰਨ ਲਈ ਸੀ ਉਹ ਤਾਂ ਇੰਡੀਆ ਨੂੰ ਬਾਹਰ ਕੱਢ ਕੇ ਕਰ ਦਿੱਤਾ। ਉਹ ਜਿਹੜਾ ਹੁਣ ਜਿਹਨੂੰ ਹੁੰਦਾ ਹੈ ਕਿ ਵੀ ਮੁਰਦਾ ਜਿਹੜਾ ਹੈ ਉਹ ਅਜੇ ਦਫਨਾਇਆ ਨਹੀਂ ਗਿਆ ਕਬਰ 'ਚ, ਲੇਕਿਨ ਆਲਰੇਡੀ ਕੁਆਡ ਦੀ ਜਿਹੜੀ ਕੋਈ ਅਹਿਮੀਅਤ ਹੈ ਜੋ ਇਨੀਸ਼ੀਅਲੀ ਜੋ ਅਮਰੀਕਨ ਪਾਲਿਸੀ ਮੇਕਰ ਦੀ ਲਾਈਨ ਹੋਏਗੀ ਉਹ ਤਾਂ ਉਦੋਂ ਹੀ ਡਿੱਗ ਪਈ ਸੀ ਜਦੋਂ ਕਿ ਅਮਰੀਕਾ ਨੇ ਜਿਹੜਾ ਅਮਰੀਕਾ, ਯੂਕੇ, ਆਸਟ੍ਰੇਲੀਆ ਦਾ ਅਲਾਇੰਸ ਆਕਸ ਬਣਾਇਆ। ਉਹਦੇ ਥੱਲੇ ਫਿਰ ਕੁਛ ਨਿਊਕਲੀਅਰ ਔਰ ਦੂਜਾ ਆਸਟ੍ਰੇਲੀਆ 'ਚ ਬੇਸ ਕਰਨ ਦੀ ਗੱਲ ਕੀਤੀ, ਦੂਸਰਾ ਤੀਸਰਾ ਕੀਤਾ। ਸੋ ਆਲਰੇਡੀ ਇਹ ਇੱਕ ਹੁਣ ਜਿਵੇਂ ਕੁਝ ਚੀਜ਼ਾਂ ਸਿੰਬੋਲਿਕ ਜਿਹੀਆਂ ਬਣ ਗਈਆਂ ਕਿ ਵੀ ਤੁਸੀਂ ਸਾਲ ਬਾਅਦ ਇਕੱਠੇ ਹੁੰਦੇ ਹੋ ਔਰ ਉਹਨੂੰ ਤੁਸੀਂ ਕਹਿੰਦੇ ਹੋ ਜੀ ਅਸੀਂ ਕੰਟੀਨਿਊ ਕਰ ਰਹੇ ਹਾਂ। ਸੋ ਜਿਹੜਾ ਟਰੰਪ ਦਾ ਗੁੱਸਾ ਵੀ ਹੈ ਮੋਦੀ ਦੇ ਨਾਲ ਜਾਂ ਜਿਹਦੇ ਥੱਲੇ ਉਹ ਬਾਰ-ਬਾਰ ਹਿਊਮਿਲੇਟ ਕਰਦਾ ਹੈ। ਜਿਹੜਾ ਪਿਛਲਾ ਵਰ੍ਹਾ ਸੀ 2024 ਦਾ ਜਿਹਦੇ 'ਚ ਕਿ ਕੁਆਡ ਦੀ ਮੀਟਿੰਗ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਘਰੇ ਰੱਖ ਲਈ ਸੀ ਡੈਲਾਵੇਅਰ ਦੇ ਵਿੱਚ ਔਰ ਉਹਦੇ 'ਚ ਜ਼ਾਹਰ ਹੈ ਜਾਪਾਨ ਦਾ ਫੋਰਨ ਮਿਨਿਸਟਰ ਵੀ ਆਇਆ ਔਰ ਯੂਕੇ ਵਾਲਾ ਵੀ ਔਰ ਮੋਦੀ ਵੀ ਉੱਥੇ ਆਇਆ ਉਸ ਪੀਰੀਅਡ 'ਚ, ਕਿਉਂਕਿ ਇਲੈਕਸ਼ਨ ਈਅਰ ਸੀ ਜਿਹੜਾ ਉਹ ਟਰੰਪ ਲੜ ਰਿਹਾ ਸੀ। ਟਰੰਪ ਨੇ ਤਾਂ ਟਵੀਟ ਕੀਤਾ ਆਪਣਾ ਉਹਦੇ 'ਤੇ ਆਪਣੇ ਜਿਹੜਾ ਸੋਸ਼ਲ ਅਕਾਊਂਟ ਹੈ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ ਐਂਡ ਆਈ ਐਮ ਐਂਕਸ਼ੀਅਸ ਟੂ ਮੀਟ ਹਿਮ। ਅਤੇ ਮੋਦੀ ਜੀ ਆਏ ਤਾਂ ਉਹਨਾਂ ਨੂੰ ਲੱਗਾ ਕਿ ਵੀ ਹੁਣ ਤਾਂ ਇਹਨੇ ਕਿਹੜਾ ਦੁਬਾਰਾ ਬਣਨਾ, ਉਹਨੇ ਟਾਈਮ ਨਹੀਂ ਦਿੱਤਾ ਉਹਨੂੰ ਮਿਲਣ ਦਾ। ਉਦੋਂ ਦਾ ਫਿਰ ਮੁੜ ਕੇ ਮੋਦੀ ਦੇ ਨਾਲ ਕੀ ਹੋ ਰਿਹਾ ਹੈ ਹੁਣ ਮੋਦੀ ਜਾਣਦਾ ਜਾਂ ਉਹਦੇ ਯਾਰ ਜਾਣਦੇ ਨੇ ਚੰਗੀ ਤਰ੍ਹਾਂ। ਸੋ ਇਵੇਂ ਹੀ ਹੁਣ ਜਿਹੜਾ ਜਦੋਂ ਜਿਸ ਦਿਨ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਹੁਣ ਵੇਲੇ ਉੱਦਾਂ ਨਹੀਂ ਮਾਰਕੋ ਰੂਬੀਓ ਫੋਰਨ ਮਿਨਿਸਟਰ ਨੇ ਵੀ ਔਰ ਉੱਦਾਂ ਨਹੀਂ ਉਹਨੇ, ਕਿਉਂਕਿ ਨੁਮਾਇੰਦੇ ਤਾਂ ਆਏ ਹੋਏ ਸੀ, ਮੋਦੀ ਨੂੰ ਤਾਂ ਸੱਦਿਆ ਨਹੀਂ ਸੀ ਓਥ ਟੇਕਿੰਗ ਵੇਲੇ। ਐਸ ਜੈ ਸ਼ੰਕਰ ਸੀ ਜਾਪਾਨ ਵਾਲਾ ਆਇਆ ਹੋਇਆ ਸੀ, ਦੂਜਾ ਉਹਨਾਂ ਦੇ ਨਾਲ ਇੱਕ ਮੀਟ ਕਰ ਲਈ ਸੀ। ਉਹਨਾਂ ਨੇ ਕਿਹਾ ਜੀ ਚਲੋ ਇਹ ਵੀ ਕੁਆਡ ਦਾ ਹੋ ਗਿਆ। ਹੁਣ ਇਸ ਕਿਸਮ ਦੀ ਕੋਈ ਏਜੰਡਾ ਨਹੀਂ ਹੈ, ਕੋਈ ਹੋਰ ਨਹੀਂ ਜਿਹਨੂੰ ਤੁਸੀਂ ਕਹੋ ਕਿ ਫਾਰਮੈਲਿਟੀ ਵਾਲੀ ਮੀਟ ਜਿਹਦੇ 'ਚ ਜ਼ਾਹਰ ਹੈ ਜਾਪਾਨ ਦੇ ਔਰ ਆਸਟ੍ਰੇਲੀਆ ਦੇ ਆਏ ਹੋਏ ਨੇ ਫੋਰਨ ਮਿਨਿਸਟਰ, ਉਹ ਸਟੇਟ ਡਿਪਾਰਟਮੈਂਟ 'ਚ ਅੱਜ ਰੱਖੀ ਹੋਈ ਸੀ 1 ਜੁਲਾਈ ਨੂੰ। ਔਰ ਜ਼ਾਹਰ ਹੈ ਕਿ ਵੀ ਇਸ ਦੇ ਵਿੱਚ ਐਸ ਜੈ ਸ਼ੰਕਰ ਜਿਹੜਾ ਪਹਿਲਾਂ ਨਿਊਯਾਰਕ ਸੀ, ਇੱਥੇ ਵੀ ਉਹਨੇ ਜਿਹੜਾ ਇੱਕ ਦੋ ਸਮਾਗਮਾਂ ਨੂੰ ਐਡਰੈਸ ਕੀਤਾ ਜਿਹਦਾ ਅਸੀਂ ਜ਼ਿਕਰ ਕਰਾਂਗੇ। ਪਰ ਅਸੀਂ ਇਹ ਦੇਖਦੇ ਹਾਂ ਕਿ ਵੀ ਉਸ ਦੇ ਵਿੱਚ 6 ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਵੀ ਉਹ ਹੁਣ ਕੋਈ ਮੌਕਾ ਜਿਹਦੇ 'ਚ ਇਹਨਾਂ ਦੀ ਜਿਹੜੀ ਹੈਜੇਮਨੀ ਨੂੰ ਚੈਲੰਜ ਕੀਤਾ ਜਾ ਸਕਦਾ ਉੱਥੇ ਪਹੁੰਚਦੇ ਨੇ। ਔਰ ਅੱਜ ਜਦੋਂ ਕਿ ਸਟੇਟ ਡਿਪਾਰਟਮੈਂਟ ਦੇ ਵਿੱਚ ਇਹ ਮੀਟਿੰਗ ਤੈਅ ਸੀ ਬੜੇ ਜਿਹੜਾ ਪਾਵਰਫੁਲ ਢੰਗ ਦੇ ਨਾਲ ਖਾਲਿਸਤਾਨ ਦੇ ਝੰਡਿਆਂ ਨਾਲ ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਦੇ ਉੱਤੇ। ਇਹਨਾਂ ਦਾ ਖਾਲਿਸਤਾਨ ਜ਼ਿੰਦਾਬਾਦ ਫਜ਼ਾ ਦੇ ਵਿੱਚ ਗੂੰਜਿਆ। ਔਰ ਆਦਰ ਕਿਉਂਕਿ ਐਸ ਜੈ ਸ਼ੰਕਰ ਦੀ ਵਾਈਫ ਜਾਪਾਨੀ ਮੂਲ ਦੀ ਹੈ, ਬੱਚੇ ਦੋਨੋਂ ਅਮਰੀਕਨ ਸਿਟੀਜ਼ਨ ਨੇ ਔਰ ਵੈਸੇ ਹਿੰਦੂਤਵਾ ਦਾ ਪਾਠ ਪੜ੍ਹਾ ਰਹੇ ਨੇ। ਲੇਕਿਨ ਦੇਖਣ ਵਾਲੀ ਗੱਲ ਇਹ ਸੀ ਵੀ ਜਿਉਂ ਹੀ ਉਹਨਾਂ ਦੀਆਂ ਵਹੀਕਲਸ ਰੁਕੀਆਂ, ਬਹੁਤ ਜ਼ਿਆਦਾ ਸਿਕਿਉਰਿਟੀ ਦਾ ਪ੍ਰਬੰਧ ਸੀ, ਪਰ ਜਿਸ ਤੇਜ਼ੀ ਦੇ ਨਾਲ ਐਸ ਜੈ ਸ਼ੰਕਰ ਦੀ ਵਾਈਫ ਛੱਡ ਕੇ ਦੌੜੀ ਕਾਰ 'ਚੋਂ ਨਿਕਲ ਕੇ
ਉਸ ਤੋਂ ਉਹ ਮੈਨੂੰ ਕਹਾਵਤ ਆ ਰਹੀ ਸੀ, ਕਹਿੰਦੇ ਜੀ ਕੀ ਮੁਸੀਬਤ ਸੀ ਜੀ, ਮਾਵਾਂ ਨੇ ਬੱਚੇ ਨਹੀਂ ਪਛਾਣੇ। ਉਹ ਮੈਂ ਕਿਹਾ ਉਹਨੂੰ ਘਰ ਵਾਲਾ ਨਹੀਂ ਪਛਾਣਿਆ ਗਿਆ, ਉਹ ਆਪਣਾ ਲੱਗ ਰਹੀ ਹੈ ਵੀ ਪਤਾ ਨਹੀਂ ਕੀ ਹੋਣਾ ਹੈ। ਹਾਲਾਂਕਿ ਇਹ ਹਮੇਸ਼ਾ ਹੀ ਸਾਡਾ ਕੋਈ ਵੀ ਐਸਾ ਪ੍ਰੋਟੈਸਟ ਕਦੇ ਵੀ ਅਮਰੀਕਾ 'ਚ ਨਹੀਂ ਐਸਾ ਹੋਇਆ ਜਿਹਦੇ 'ਚ ਕਦੇ ਵਾਇਲੈਂਸ ਹੋਈ ਹੋਏ। ਸੋ ਉਹ ਆਪਣੀ ਥਾਂ ਇਹ ਚੈਲੰਜ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਭਾਈ ਜਿਹੜਾ ਸਿੱਖਾਂ ਨੇ ਜਦੋਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਵਾਰ ਕ੍ਰਿਮੀਨਲ ਹੋ, ਔਰ ਐਸ ਜੈ ਸ਼ੰਕਰ ਇਕੱਲਾ ਇਹੀ ਨਹੀਂ ਵੀ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਦਾ, ਜਿਹੜੀ ਸਟੇਟ ਇੱਕ ਰੋਗ ਸਟੇਟ ਹੈ ਔਰ ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਬਟ ਐਮਬੈਸੀਆਂ ਇਹਨਾਂ ਦੇ ਥੱਲੇ ਨੇ, ਫੋਰਨ ਮਿਨਿਸਟਰ ਦੇ ਹੁੰਦੇ ਆ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਕਿਲਿੰਗਸ ਹੋਈਆਂ ਨੇ ਤੇ ਐਸ ਜੈ ਸ਼ੰਕਰ ਵਾਰ ਕ੍ਰਿਮੀਨਲ ਹੈ। ਜਿਵੇਂ ਕਿ ਸੰਜੇ ਵਰਮਾ ਕੈਨੇਡਾ 'ਚ ਹੈ, ਇੱਥੇ ਤਰਨਜੀਤ ਸਿੰਘ ਸੰਧੂ ਜਿਹੜਾ ਐਂਬੈਸਡਰ ਆ, ਕਿਉਂਕਿ ਸਾਰਾ ਕੁਝ ਜਿਹੜਾ ਜੇ ਕੋਈ 3-4 ਬੰਦੇ ਜਿਨ੍ਹਾਂ ਦੇ ਥੱਲੇ ਸਾਰਾ ਹੋਇਆ ਉਹਦੇ 'ਚ ਐਸ ਜੈ ਸ਼ੰਕਰ ਹੈ, ਅਜੀਤ ਡੋਵਲ ਹੈ, ਅਮਿਤ ਸ਼ਾਹ ਹੈ, ਮੋਦੀ ਹੈ ਔਰ ਜ਼ਾਹਰ ਹੈ ਰਾਹ ਦਾ ਚੀਫ ਹੈ, ਔਰ ਇਹ ਸਾਰੇ ਵਾਰ ਕ੍ਰਿਮੀਨਲ ਨੇ। ਸੋ ਵਾਰ ਕ੍ਰਿਮੀਨਲਸ ਦੇ ਲਈ ਤਾਂ ਮੈਸੇਜ ਸਾਡਾ ਬੜਾ ਕਲੀਅਰ ਹੈ। ਮੈਂ ਕੁਲਦੀਪ ਨਈਅਰ ਨੂੰ 1996 ਦੇ ਵਿੱਚ ਜਦੋਂ ਕਿ ਦੇਵ ਗੌੜਾ ਪ੍ਰਾਈਮ ਮਿਨਿਸਟਰ ਸੀ ਔਰ ਉਹ ਇੱਕ ਟੀਮ ਦੇ ਨਾਲ ਜਿਹਦੇ 'ਚ ਸੁਨੀਲ ਦੱਤ ਐਕਟਰ ਵੀ ਸੀ, ਕਿਰਨ ਬੇਦੀ ਵੀ ਸੀ, ਸ਼ਿਕਾਗੋ ਆਇਆ ਹੋਇਆ ਸੀ, ਮੈਂ ਕਿਹਾ ਸੀ ਕਿ ਵੀ ਇੱਕ ਗੱਲ ਤੁਸੀਂ ਯਾਦ ਰੱਖੋ, ਸਾਡਾ ਕਿਸੇ ਧਰਮ ਦੇ ਨਾਲ ਜਾਂ ਕੋਈ ਹਿੰਦੂਆਂ ਦੇ ਨਾਲ ਕੋਈ ਵੈਰ ਨਹੀਂ ਹੈ ਵੀ ਅਸੀਂ ਕੋਈ ਉਹਨਾਂ ਦੇ ਹਾਂ, ਲੇਕਿਨ ਜਿਹੜੇ ਵਾਰ ਕ੍ਰਿਮੀਨਲ ਨੇ ਇਹਨਾਂ ਨੂੰ ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ, ਕਿ ਵੀ ਇਹ ਜਿਹੜਾ ਸਾਡਾ ਵਾਰ ਕ੍ਰਿਮੀਨਲਸ ਨਾਲ ਹੈ। ਸੋ ਅਜੇ ਸਾਡਾ ਮੁਲਕ ਤਾਂ ਨਹੀਂ ਹੈ ਬਣਿਆ ਕਿ ਵੀ ਅਸੀਂ ਇਹਨਾਂ ਨੂੰ ਬੋਰੀਆਂ 'ਚ ਪਾ ਕੇ ਲਿਜਾਈਏ, ਉੱਥੇ ਟਰਾਇਲ ਕਰੀਏ ਜਿਵੇਂ ਨਾਜ਼ੀਆਂ ਦੇ ਕੀਤੇ ਗਏ ਔਰ ਹੈਂਗ ਕਰੀਏ, ਪਰ ਅਸੀਂ ਘੱਟੋ ਘੱਟ ਪੀਸਫੁਲ ਤਰੀਕੇ ਦੇ ਨਾਲ ਇਹਨਾਂ ਨੂੰ ਚੇਜ਼ ਕਰ ਸਕਦੇ ਔਰ ਇਹਨੂੰ ਐਗਜ਼ੈਕਟਲੀ ਇਵੇਂ ਚੇਜ਼ ਕੀਤਾ ਗਿਆ। ਔਰ ਜਿਵੇਂ ਹੁਣ ਜਦੋਂ ਕੋਈ ਕਹਿਣ ਨੂੰ ਪਰਪਸਫੁਲ ਨਹੀਂ ਹੁੰਦਾ ਤੇ ਤੁਸੀਂ ਜਿਵੇਂ ਅਬੜੀਆਂ ਟਬੜੀਆਂ ਮਾਰਦੇ ਹੋ। ਜੇ ਤੁਸੀਂ ਇਹਦੀ ਸਟੇਟਮੈਂਟ ਦੇਖੋ ਇਹਦੀ ਐਸ ਜੈ ਸ਼ੰਕਰ ਦੀ, ਤੇ ਉਹਦੇ 'ਚ ਉਹਨੇ ਜਿਹੜਾ ਸਾਂਝਾ ਬਿਆਨ ਦਿੱਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਮੈਂ ਸਾਰੀਆਂ ਹਾਲ ਦੀਆਂ ਘਟਨਾਵਾਂ ਨੂੰ ਦੇਖਦੇ ਹਾਂ, ਦਹਿਸ਼ਤਗਰਦੀ ਦੇ ਉੱਤੇ ਵੀ ਆਪਣੀ ਗੱਲ ਰੱਖਣਾ ਚਾਹੁੰਦਾ। ਹਾਲਾਂਕਿ ਕੁਆਡ ਦਾ ਕੋਈ ਦਾਇਰਾਕਾਰ ਹੀ ਨਹੀਂ ਹੈ ਦਹਿਸ਼ਤਗਰਦੀ ਜਾਂ ਦੂਜੇ, ਸਭ ਤੋਂ ਵੱਡੇ ਦਹਿਸ਼ਤਗਰਦ ਤੁਸੀਂ ਹੋ, ਤੁਸੀਂ ਜਵਾਬ ਦਿਓ ਟਰਾਂਸਨੈਸ਼ਨਲ ਰਿਪਰੈਸ਼ਨ ਲਈ। ਪਰ ਉਹਨੇ ਆਪਣੀਆਂ ਜਿਹੜਾ ਜ਼ਹਿਰੀਲਾ ਤੁਸੀਂ ਸਾਰਾ ਉਹ ਸਿਰਜਦੇ ਹੋ, ਉਹ ਸਿਰਜਿਆ ਕਿ ਵੀ ਦੁਨੀਆ ਨੂੰ ਦਹਿਸ਼ਤਗਰਦੀ ਦੇ ਖਿਲਾਫ ਜ਼ੀਰੋ ਟੋਲਰੈਂਸ ਦਿਖਾਣੀ ਚਾਹੀਦੀ ਹੈ। ਮਿਸਟਰ ਐਸ ਜੈ ਸ਼ੰਕਰ ਜੀ ਜ਼ੀਰੋ ਟੋਲਰੈਂਸ ਦੇ ਆਏ ਨਾ, ਸਭ ਤੋਂ ਪਹਿਲਾਂ ਜਿਹੜਾ ਨਿਊਜ਼ ਹੈ, ਜਿਹੜਾ ਫਾਂਸੀ ਦਾ ਰੱਸਾ ਹੈ ਤੁਹਾਡੇ ਗਲ ਦੇ ਦੁਆਲੇ ਪਏਗਾ, ਕਿਉਂਕਿ ਤੁਸੀਂ ਸਭ ਤੋਂ ਵੱਡੇ ਟੈਰਰਿਸਟ ਹੋ। ਤੁਹਾਡੀ ਜਮਾਤ RSS, ਤੁਸੀਂ ਜਿਹੜੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, 35 ਸਿੱਖਾਂ ਦਾ ਵੀ ਅਸੀਂ ਹਿਸਾਬ ਲੈਣਾ ਤੁਹਾਡੇ ਤੋਂ, ਜਿਹੜਾ ਤੁਸੀਂ ਫਾਲਸ ਫਲੈਗ ਆਪਰੇਸ਼ਨ ਚਿੱਠੀ ਸਿੰਘਪੁਰਾ ਦੇ ਵਿੱਚ ਕੀਤਾ ਸੀ, ਜੋ ਕੁਝ ਤੁਸੀਂ ਹੁਣ ਪਹਿਲਗਾਮ 'ਚ ਆਪਣੇ ਤੁਸੀਂ ਹਿੰਦੂ 28 ਮਾਰ ਕੇ ਜਿਹੜਾ ਉਹਨੂੰ ਪਾਕਿਸਤਾਨ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਕਹਿ ਰਿਹਾ ਦੇਖੋ ਇਹ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ। ਔਰ ਜਿਹੜੇ ਦਹਿਸ਼ਤਗਰਦੀ ਦੇ ਪੀੜਤ ਲੋਕ ਨੇ ਤੇ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੂੰ ਇੱਕੋ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਹੁਣ ਕੌਣ ਇੱਕੋ ਨਜ਼ਰੀਏ ਤੋਂ ਦੇਖਦਾ? ਵਿਕਟਮ ਤਾਂ ਵਿਕਟਮ ਨੇ, ਵਿਕਟਮ ਤੁਹਾਡੇ ਸਟੇਟ ਟੈਰਰਿਜ਼ਮ ਦੇ। ਫਿਰ ਉਹਨੇ ਕਿਹਾ ਜਿਹੜੀ ਗੱਲ ਐਸ ਜੈ ਸ਼ੰਕਰ ਵੀ ਕਹਿ ਰਿਹਾ ਉੱਥੇ ਕੁਆਡ 'ਚ, ਜਿਸ ਤੋਂ ਅਸੀਂ ਇੱਕ ਲਾਸਟ ਆਪਣੇ ਪ੍ਰੋਗਰਾਮ 'ਚ ਥਰਸਡੇ ਦੇ 'ਚ ਇਹ ਸੈਗਮੈਂਟ ਕੀਤਾ ਸੀ ਕਿ ਕੀ ਭਾਰਤ ਪਾਕਿਸਤਾਨ ਦੇ ਵਿੱਚ ਦੁਬਾਰਾ ਜੰਗ ਦੀਆਂ ਸੰਭਾਵਨਾਵਾਂ ਨੇ, ਜਿਸ ਤੇਜ਼ੀ ਨਾਲ ਭਾਰਤ ਅਸਲਾ ਖਰੀਦ ਰਿਹਾ ਹੈ ਜਾਂ ਜਿਸ ਢੰਗ ਨਾਲ ਆਪਣਾ ਇਹ ਨੈਰੇਟਿਵ ਬਿਲਟ ਕਰ ਰਹੇ ਨੇ। ਕਿਉਂਕਿ ਇਸ ਕੁਆਡ ਦੇ ਉਸ ਮੌਕੇ ਦੇ ਉੱਤੇ ਵੀ ਐਸ ਜੈ ਸ਼ੰਕਰ ਕਹਿੰਦਾ ਕਿ ਭਾਰਤ ਨੂੰ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ ਦਾ ਪੂਰਾ ਹੱਕ ਹੈ ਔਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਿਭਾਵਾਂਗੇ। ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਸਾਥੀ ਕੁਆਡ ਦੇ ਜਿਹੜੇ ਨੇ ਇਸ ਗੱਲ ਨੂੰ ਸਮਝਣਗੇ ਔਰ ਇਸ ਦਾ ਸਨਮਾਨ ਕਰਨਗੇ। ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਨੈਰੇਟਿਵ ਪ੍ਰੀ ਬਿਲਟ ਕਰ ਰਹੇ ਨੇ ਕਿ ਕੱਲ ਨੂੰ ਕੋਈ ਹੋਰ ਫਾਲਸ ਫਲੈਗ ਆਪਰੇਸ਼ਨ ਕਰਕੇ ਕਿਉਂਕਿ ਇਸ ਵੇਲੇ ਲੋਕਾਂ ਸਾਹਮਣੇ ਬੜੀ ਬੁਰੀ ਤਰ੍ਹਾਂ ਨੰਗੇ ਹੋਏ ਨੇ। ਆਪਣੇ ਲੋਕਾਂ 'ਚ ਵੀ ਕਿੱਥੇ ਤਾਂ ਇਹ ਉਹਦੇ 'ਚੋਂ ਬਿਹਾਰ ਦੀਆਂ ਉਹਦੀ ਵਿਕਟਰੀ ਕੱਢਣਾ ਚਾਹੁੰਦੇ ਸੀ, ਭਾਰਤ 'ਚ ਆਪਣੀ ਫੇਲਿਅਰ ਨੂੰ ਲੁਕਾਉਣਾ ਚਾਹੁੰਦੇ ਸੀ। ਪਰ ਹਾਲ ਇਹ ਹੈ ਵੀ ਕਦੇ ਇਹਨਾਂ ਦਾ 에ਅਰ ਫੋਰਸ ਦਾ ਇੱਕ ਹੈੱਡ ਜਾ ਕੇ ਸਿੰਗਾਪੁਰ 'ਚ ਇੰਟਰਵਿਊ ਦਿੰਦਿਆਂ ਕੋਈ ਗੱਲ ਕਹਿ ਦਿੰਦਾ ਹੈ। ਇੱਕ ਹੁਣ ਨੇਵਲ ਲੈਵਲ ਦਾ ਕੈਪਟਨ ਜਿਹੜਾ ਸ਼ਾਇਦ ਇੰਡੋਨੇਸ਼ੀਆ 'ਚ ਕਿ ਕਿੱਥੇ ਸੀ, ਉਹਨੇ ਇੱਕ ਉਹਦੀ ਆਡੀਓ ਘੁੰਮ ਰਹੀ ਹੈ, ਉਹਨੇ ਇੱਕ ਸੈਮੀਨਾਰ ਦੇ ਵਿੱਚ ਕਿਹਾ ਕਿ ਸਾਡੇ ਜਹਾਜ਼ ਤਾਂ ਡਿੱਗੇ ਨੇ ਔਰ ਉਹਨੇ ਕਿਹਾ ਵੀ ਕਿਉਂਕਿ
ਸਾਡੇ ਪੈਰ ਹੱਥ ਜਿਹੜੇ ਨੇ ਬੰਨ੍ਹ ਦਿੱਤੇ ਸੀ ਪੋਲੀਟੀਸ਼ੀਅਨਸ ਨੇ ਵੀ ਅਸੀਂ ਕੁਝ ਨਹੀਂ ਕਰਨਾ। ਨਾਲ ਦੀ ਨਾਲੇ ਚੱਲ ਰਿਹਾ ਸੀ ਕਿ ਮੋਦੀ ਨੇ ਕਿਹਾ ਜੀ ਹਮਨੇ ਫੌਜ ਕੋ ਖੁੱਲੀ ਖੁੱਲੀ ਛੂਟ ਦੇ ਦੀ ਹੈ ਵੀ ਜੋ ਮਰਜ਼ੀ ਕਰੇ। ਹੁਣ ਇਹ ਸਾਰਾ ਜਦੋਂ ਕਿ ਇਹਨਾਂ ਦਾ ਕਨਫਲਿਕਟ ਚੱਲ ਰਿਹਾ ਹੈ, ਇਹਨਾਂ ਨੂੰ ਆਪਣਾ ਜੇ ਇਹ ਸਮਝਦੇ ਨੇ ਵੀ ਲੋਕਾਂ 'ਚ ਅਸੀਂ ਆਪਣਾ ਦੁਬਾਰਾ ਵਕਾਰ ਕਾਇਮ ਕਰਨਾ ਤਾਂ ਸਾਨੂੰ ਕੁਛ ਨਾ ਕੁਛ ਕਰਨਾ ਹੋਏਗਾ। ਸੋ ਇਹ ਮੈਨੂੰ ਲੱਗਦਾ ਹੈ ਕਿ ਵੀ ਉਸ ਦੇ ਲਈ ਉਹ ਮਾਹੌਲ ਬਣਾ ਰਹੇ ਨੇ ਔਰ ਇਸ ਦੇ ਵਿੱਚ ਉਹਨੇ ਜਿਹੜਾ ਕਿਉਂਕਿ ਇਹੀ ਗੱਲ ਰਾਜਨਾਥ ਸਿੰਘ ਵੀ ਅਸੀਂ ਗੱਲ ਕਰਾਂਗੇ, ਉਹ ਵੀ ਉਹਨੇ 20 ਮਿੰਟ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨਾਲ ਗੱਲਬਾਤ ਕੀਤੀ, ਉਹਦੇ 'ਚ ਵੀ ਉਹਨੇ ਇਹੀ ਕਿਹਾ। ਔਰ ਫਿਰ ਜਿਹੜੀਆਂ ਜੇ ਐਸ ਜੈ ਸ਼ੰਕਰ ਦੀਆਂ ਤੁਸੀਂ ਸਟੇਟਮੈਂਟਸ ਦੇਖਦੇ ਹੋ ਕੁਆਡ ਦੇ ਵਿੱਚ, ਉਹ ਕਹਿੰਦਾ ਹੈ ਮੋਰ ਫੋਕਸਡ ਕੁਆਡ ਵਿਲ ਹੈਲਪ ਡਿਲੀਵਰ ਬੈਟਰ। ਔਰ ਫਿਰ ਉਹਨੇ ਕਿਹਾ ਜੀ ਸਾਡਾ ਹਰ ਹੱਕ ਹੈ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਡਿਫੈਂਡ ਕਰੀਏ। ਔਰ ਨਾਲ ਦੀ ਨਾਲ ਈਵਨ ਨਿਊਯਾਰਕ ਦੀ UN ਦੇ ਵਿੱਚ ਵੀ ਬੋਲਦੇ ਆ, ਜਿਹੜਾ ਇਹ ਪਹਿਲਾਂ ਇੱਥੋਂ ਨਿਊਯਾਰਕ ਤੋਂ ਹੀ ਗਿਆ ਔਰ ਇੱਕ ਫੰਕਸ਼ਨ ਜਿਹੜਾ ਕਿ ਇੱਕ ਮੈਗਜ਼ੀਨ ਸ਼ਾਇਦ ਨਿਊਜ਼ ਵੀਕ ਵਾਲਿਆਂ ਨੇ ਆਰਗੇਨਾਈਜ਼ ਕੀਤਾ, ਉਸ ਦੇ ਵਿੱਚ ਵੀ ਬੋਲਦੇ ਆ ਇਹਨੇ ਕਿਹਾ ਕਿ ਵੀ ਨੋ ਇੰਪਿਊਨਿਟੀ ਟੂ ਟੈਰਰਿਸਟ, ਨੋਟ ਯੀਲਡਿੰਗ ਟੂ ਨਿਊਕਲੀਅਰ ਬਲੈਕਮੇਲ। ਔਰ ਇਹ ਸਾਰਾ ਮਾਹੌਲ ਹਾਲਾਂ ਚੈਲੰਜ ਹੋਇਆ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਔਰ ਕੱਢਣ ਪਾਉਣ ਨੂੰ ਤਾਂ ਕੁਛ ਹੈ ਨਹੀਂ ਸੀ, ਲੇਕਿਨ ਇਹ ਜਿਹੜਾ ਅਲਟਰਨੇਟ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਅਸੀਂ ਸਾਡੇ ਕੋਲ ਰਾਈਟ ਟੂ ਡਿਫੈਂਡ ਹੈ, ਇਸ 'ਚੋਂ ਪਾਕਿਸਤਾਨ ਦੇ ਵਿੱਚ ਵੀ ਇਹ ਚਰਚਾ ਹੈ ਕਿ ਭਾਰਤ ਕੋਈ ਨਾ ਕੋਈ ਇਸ ਕਿਸਮ ਦਾ ਫਾਲਸ ਫਲੈਗ ਕਰਕੇ ਦੁਬਾਰਾ ਵੀ ਹਮਲਾ ਕਰਨ ਦੀ ਦਿਲਵਦੀ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੋਂ ਸਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ।